ਗਰੀਬੀ ਨਾਲ ਭਿੜਦੇ ਲੋਕ, ਮੁਫਲਸੀ ਨਾਲ ਭਿੜਦੇ ਲੋਕ ਕਹਿੰਦੇ ਪਰਿਵਾਰ ਦਾ ਖਰਚਾ ਕਿਵੇਂ ਚਲਾਈਏ ਜਦ ਕੋਲ ਹੈ ਹੀ ਨਹੀਂ ਕੋਈ ਕੰਮਕਾਜ। ਦੋਸਤੋ, ਇਹ ਗਰੀਬੀ ਕਮਬਖਤ ਬੜੀ ਬੇਸ਼ਰਮ ਹੁੰਦੀ ਹੈ। ਇਹ ਗਰੀਬੀ ਕਮਬਖਤ ਬੜੀ ਬੇਸ਼ਰਮ ਹੁੰਦੀ ਹੈ। ਇਹ ਵੱਡੇ ਛੋਟੇ ਦੀ ਵੀ ਨਹੀਂ ਕਰਦੀ ਲਿਹਾਜ਼। ਦੋਸਤੋ, ਇਹ ਵੱਡੇ ਛੋਟੇ ਦੀ ਵੀ ਨਹੀਂ ਕਰਦੀ ਲਿਹਾਜ਼। ਦੋਸਤੋ, ਪੀਵਤੀ ਨਵਾਂ ਸ਼ਹਿਰ ਦੇਖ ਰਹੇ ਹੋ, मैं ਤੁਹਾਡਾ अपना परिवारक मैंबर तनीश सूरी। दोस्तों, आप जी ਨੂੰ पता है कि जो आम आदमी पार्टी की सरकार नवी बनी सी, जगाड़ू मोटरसाइकिल ते रेहड़ियां ਨੂੰ ਲੈ ਕੇ बहुत ਵੱਡਾ विवाद होया ਸੀਗਾ। ਜਦੋਂ ਉਹਨਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਸੀ ਤਾਂ ਵੱਡੇ ਪੱਧਰ ਤੇ ਜਿਹੜੀ ਆਵਾਜ਼ ਉੱਠੀ ਸੀਗੀ ਕਿ ਜਗਾੜੂ ਰੇਹੜੀਆਂ ਵਾਲਿਆਂ ਦੇ ਢਿੱਡ ਤੇ ਲੱਤ ਵੱਜੇਗੀ, ਜਗਾੜੂ ਰੇਹੜੀਆਂ ਨੂੰ ਬੈਨ ਨਹੀਂ ਕਰਨਾ ਚਾਹੀਦਾ। ਲੇਕਿਨ ਹੁਣ ਬਲਾਚੌਰ ਏਰੀਆ ਵਿੱਚੋਂ ਇੱਕ ਆਵਾਜ਼ ਉੱਠ ਰਹੀ ਹੈ। ਗੁਰੂ ਨਾਨਕ ਟਾਟਾ ਹਾਥੀ ਯੂਨੀਅਨ ਦੇ ਮੈਂਬਰਸ ਨੇ ਇਹ ਗੱਲ ਮੀਡੀਆ ਕਰਮੀਆਂ ਦੇ ਅੱਗੇ ਰੱਖੀ ਹੈ ਕਿ ਜਗਾੜੂ ਮੋਟਰਸਾਈਕਲਾਂ ਕਰਕੇ, ਜਗਾੜੂ ਰੇਹੜੀਆਂ ਕਰਕੇ ਜਾਂ ਆਟੋ ਰਿਕਸ਼ਾਸ ਕਰਕੇ, ਜਿਹਨਾਂ ਨੂੰ ਉਹਨਾਂ ਨੇ ਭੁੰਡੀ ਕਹਿ ਕੇ ਸੰਬੋਧਨ ਕੀਤਾ, ਉਹਨਾਂ ਕਰਕੇ ਉਹਨਾਂ ਦਾ ਜਿਹੜਾ ਰੁਜ਼ਗਾਰ ਖੁੱਸ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਆਟੋ ਰਿਕਸ਼ਾ ਆ ਉਹ ਸਵਾਰੀਆਂ ਨੂੰ ਢੋਣ ਲਈ ਹੈ। ਆਟੋ ਰਿਕਸ਼ਾ ਜਿਹੜਾ ਆ ਉਹਦੇ ਵਿੱਚ ਸਵਾਰੀਆਂ ਸਫ਼ਰ ਕਰ ਸਕਦੀਆਂ, ਉਹ ਸਮਾਨ ਨਾ ਚੱਕਣ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਗਾੜੂ ਮੋਟਰਸਾਈਕਲ ਜਾਂ ਰੇਹੜੀਆਂ ਦੇ ਉੱਤੇ ਜਿਹੜੇ ਸਰੀਆ ਵੀ ਲੱਦਿਆ ਹੁੰਦਾ, ਜਦਕਿ ਛੋਟੇ ਹਾਥੀ ਤੇ ਵੀ ਉਹ ਸਰੀਆ ਨਹੀਂ ਲੱਦਦੇ। ਤਾਂ ਉਹਨਾਂ ਨੇ ਕਿਹਾ ਕਿ 32,000 ਰੁਪਏ ਦਾ ਟੈਕਸ ਜਿਹੜਾ ਉਹ ਸਾਲਾਨਾ ਸਰਕਾਰ ਨੂੰ ਦਿੰਦੇ ਆ, ਲੇਕਿਨ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਰੋਜ਼ਗਾਰ ਮਿਲੇਗਾ, ਇਸ ਗੱਲ ਦੀ ਕੋਈ ਸ਼ੋਰਿਟੀ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੱਕ ਦਿਨ ਗੇੜਾ ਲਾ ਲੈਂਦੇ, ਫਿਰ 4-4 5-5 ਦਿਨ ਵਿਹਲੇ ਬੈਠੇ ਰਹਿੰਦੇ ਆ, 60-70 ਗੱਡੀਆਂ ਆ, ਲੇਕਿਨ ਸਭ ਨੂੰ ਰੋਜ਼ ਰੋਜ਼ਗਾਰ ਮਿਲੇਗਾ, ਇਸ ਗੱਲ ਦੀ ਕੋਈ ਸ਼ੋਰਿਟੀ ਨਹੀਂ ਹੈ। ਕਿਸ਼ਤਾਂ ਟੁੱਟ ਰਹੀਆਂ, ਬੱਚਿਆਂ ਦੀ ਫੀਸ ਨਹੀਂ ਦਿੱਤੀ ਜਾ ਰਹੀ, ਹੋਰ ਬਹੁਤ ਸਾਰੇ ਸਵਾਲ ਉਹਨਾਂ ਨੇ ਜਿਹੜੇ ਮੀਡੀਆ ਕਰਮੀਆਂ ਦੇ ਅੱਗੇ ਰੱਖੇ। ਉੱਥੇ ਹੀ ਸਾਡੇ ਮੀਡੀਆ ਕਰਮੀ ਨੇ ਉਹਨਾਂ ਤੋਂ ਸਵਾਲ ਪੁੱਛਿਆ ਕਿ ਤੁਸੀਂ ਇਸ ਦੇ ਰਿਗਾਰਡਿੰਗ ਐਮਐਲਏ ਸਾਹਿਬ ਜਾਂ ਪ੍ਰਸ਼ਾਸਨ ਨੂੰ ਕੋਈ ਮੰਗ ਪੱਤਰ ਦਿੱਤਾ? ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਬਲਾਚੌਰ ਦੇ ਐਮਐਲਏ ਨੂੰ 2 ਮਹੀਨੇ ਪਹਿਲਾਂ ਮਿਲੇ ਸੀਗੇ, ਮੰਗ ਪੱਤਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਸੀਐਮ ਸਾਹਿਬ ਨਾਲ ਗੱਲਬਾਤ ਕਰਨਗੇ, ਲੇਕਿਨ ਹਾਲੇ ਤੱਕ ਕੁਝ ਵੀ ਪੋਜ਼ਿਟਿਵ ਹੁੰਦਾ ਉਹਨਾਂ ਨੂੰ ਨਜ਼ਰ ਨਹੀਂ ਆਇਆ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਰਾਹੋਂ, ਨਵਾਂ ਸ਼ਹਿਰ ਅਤੇ ਗੜ੍ਹਸ਼ੰਕਰ ਦੇ ਲੋਕਾਂ ਨੂੰ ਲੈ ਕੇ ਕੋਈ ਨਵਾਂ ਪ੍ਰੋਗਰਾਮ ਵੀ ਜ਼ਰੂਰ ਉਲੀਕਣਗੇ ਜੇ ਉਹਨਾਂ ਦੀ ਗੱਲ ਦੇ ਉੱਤੇ ਗੌਰ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤਾਂ ਕਰ ਚੁੱਕੇ ਹਾਂ, ਲੇਕਿਨ ਸਾਨੂੰ ਹਾਲੇ ਤੱਕ ਰੋਜ਼ਗਾਰ ਨਹੀਂ ਮਿਲ ਰਿਹਾ। ਪਰ ਦੋਸਤੋ, ਇਹਦੇ ਵਿੱਚ ਗੱਲ ਸਮਝਣ ਵਾਲੀ ਬਹੁਤ ਜ਼ਰੂਰੀ ਹੈ। ਅਸੀਂ ਜਗਾੜੂ ਰੇਹੜੀਆਂ ਵਾਲੇ ਦੇ ਵੀ ਅਸੀਂ ਤਾਂ ਨਾਰਮਲੀ ਨਹੀਂ ਖਿਲਾਫ ਹੋ ਸਕਦੇ, ਕਿਉਂਕਿ ਸਾਨੂੰ ਉਹਨਾਂ ਦਾ ਦਰਦ ਵੀ ਪਤਾ ਹੈ, ਸਾਨੂੰ ਛੋਟੇ ਹਾਥੀ ਵਾਲਿਆਂ ਦਾ ਦਰਦ ਵੀ ਪਤਾ ਹੈ, ਸਾਨੂੰ ਆਟੋ ਰਿਕਸ਼ਾ ਵਾਲਿਆਂ ਦਾ ਦਰਦ ਵੀ ਪਤਾ, ਕਿਉਂਕਿ ਕਿਸ਼ਤਾਂ ਸਭ ਨੇ ਦੇਣੀਆਂ, ਪਰਿਵਾਰ ਸਭ ਨੇ ਚਲਾਉਣਾ। ਲੇਕਿਨ ਇਸ ਚੀਜ਼ ਨੂੰ ਬੈਲੈਂਸ ਕਿਵੇਂ ਕਰਨਾ, ਇਹ ਕੰਮ ਐਡਮਿਨਿਸਟ੍ਰੇਸ਼ਨ ਦਾ, ਇਹ ਕੰਮ ਸਰਕਾਰ ਦਾ ਕਿ ਸਾਰਿਆਂ ਨੂੰ ਢੁਕਵਾਂ ਘੱਟੋ ਘੱਟ ਕੰਮ ਤਾਂ ਮਿਲੇ, ਐਪਰੋਪਰੀਏਟ ਕੰਮ ਤਾਂ ਮਿਲੇ, ਤਾਂ ਜੋ ਆਪਣੇ ਪਰਿਵਾਰ ਨੂੰ ਚਲਾ ਸਕਣ, ਬੱਚਿਆਂ ਨੂੰ ਰੋਟੀ ਦੇ ਸਕਣ, ਬੱਚਿਆਂ ਨੂੰ ਪੜ੍ਹਾਈ ਕਰਾ ਸਕਣ, ਬਜ਼ੁਰਗਾਂ ਦੀ ਦਵਾ ਦਾਰੂ ਕਰ ਸਕਣ। ਤਾਂ ਇਹ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਕਈ ਵੇਲੇ ਨੌਜਵਾਨਾਂ ਦੀ ਛੋਟੇ ਹੱਥ ਜਦੋਂ ਚਲਾਉਂਦੇ ਆ, ਕਈ ਵੇਲੇ ਐਕਸੀਡੈਂਟ ਹੋ ਜਾਂਦਾ, ਮੌਤ ਹੋ ਜਾਂਦੀ ਆ, ਤਾਂ ਸਾਨੂੰ ਕੋਈ ਇੰਸ਼ੋਰੈਂਸ ਵੀ ਨਹੀਂ ਹੈ, ਸਾਨੂੰ ਕੋਈ ਮੁਆਵਜ਼ਾ ਵੀ ਮਿਲਣਾ ਚਾਹੀਦਾ। ਤੇ ਜੇਕਰ ਇਸੇ ਤਰੀਕੇ ਅਸੀਂ ਵਿਹਲੇ ਬੈਠੇ ਰਹਿੰਦੇ ਹਾਂ ਤਾਂ ਸਰਕਾਰ ਸਾਨੂੰ 2500 ਰੁਪਏ ਦੇ ਕਰੀਬ ਪੈਨਸ਼ਨ ਵੀ ਜ਼ਰੂਰ ਲਾਵੇ, ਕਿਉਂਕਿ ਪਰਿਵਾਰ ਚਲਾਉਣਾ ਬਹੁਤ ਔਖਾ। ਤੇ ਨਾਲ ਦੀ ਨਾਲ ਉਹਨਾਂ ਨੇ 32,000 ਰੁਪਏ ਜਿਹੜਾ ਟੈਕਸ ਦਿੰਦੇ ਆ, ਉਸ ਗੱਲ ਨੂੰ ਜ਼ਰੂਰ ਉਠਾਇਆ। ਆਓ ਸੁਣਦੇ ਹਾਂ ਕੀ ਕਹਿਣਾ ਹੈ ਗੁਰੂ ਨਾਨਕ ਟਾਟਾ ਹਾਥੀ ਯੂਨੀਅਨ ਦਾ, ਜਿਹੜੇ ਬਲਾਚੌਰ ਤੋਂ ਮੀਡੀਆ ਕਰਮੀਆਂ ਨਾਲ ਗੱਲ ਕਰ ਰਹੇ ਨੇ। ਹਾਂਜੀ, ਮੇਰਾ ਨਾਮ ਜਗਤਾਰ ਸਿੰਘ ਸਾਹਿਬ ਪ੍ਰਧਾਨ ਤੇ ਸਾਡੇ ਬਲਾਚੌਰ ਗੁਰੂ ਨਾਨਕ ਟਾਟਾ ਹਾਥੀ ਯੂਨੀਅਨ। ਅਸੀਂ ਇਹ ਜਗਾੜੂ ਜਿਹੜੇ ਰਿਕਸ਼ੇ ਆ, ਇਹਨਾਂ ਕਰਕੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਔਰ ਜਿਹੜੇ ਭੁੰਡੀਆਂ ਵਾਲੇ ਸਾਡਾ ਸਮਾਨ ਚੱਕ ਰਿਹਾ, ਕੋਈ ਸਾਡੀ ਸੁਣਾਈ ਨਹੀਂ ਹੋਈ। 2 ਵਾਰੀ ਐਸਐਸਪੀ ਸਾਹਿਬ ਦੇ ਵੀ ਪਰਚਾ ਦੇ ਚੁੱਕੇ ਹਾਂ, ਇਹਨਾਂ ਕਰਕੇ ਸਾਡੀ ਕੋਈ ਸੁਣਾਈ ਨਹੀਂ ਹੋਈ। ਅਸੀਂ ਇੰਸਪੈਕਟਰ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਆ, ਉਹਨਾਂ ਨੇ ਵੀ ਕਿਹਾ ਵੀ ਅਸੀਂ ਵੱਧ ਤੋਂ ਵੱਧ ਇਹਨਾਂ ਦੇ ਚਲਾਨ ਕਰਾਂਗੇ, ਇਹਨਾਂ ਦੀਆਂ ਚੈੱਕ ਕਰਾਂਗੇ ਕਾਗਜ਼ ਮੋਟਰਸਾਈਕਲਾਂ ਦੇ, ਇਹ ਚੋਰੀ ਦੇ ਵੀ ਹੋ ਸਕਦੇ ਆ। ਪਰ ਇਹਨਾਂ ਦੇ ਅੱਜ ਤੱਕ ਕੋਈ ਨੱਥ ਨਹੀਂ ਪਾਈ ਗਈ। ਜੇ ਸਾਨੂੰ ਕੋਈ ਸਹੂਲਤ ਕੋਈ ਸਰਕਾਰ ਵੱਲ ਤੇ ਨਹੀਂ ਹੈਗੀ, ਤੇ ਜਿਹੜੇ ਟੈਕਸ ਵੀ ਅਸੀਂ ਤਾਰਦੇ ਆ 32,000 ਰੁਪਇਆ ਸਰਕਾਰ ਨੂੰ ਦੇ ਰਹੇ ਆ, ਸਰਕਾਰ ਨੂੰ ਹਰ ਸਾਲ। ਅਸੀਂ ਘੱਟੋ ਘੱਟ ਵੀ ਸਾਨੂੰ 4-5 ਮਹੀਨੇ ਹੋ ਗਏ ਆ ਬੈਠਿਆਂ ਨੂੰ ਵਿਹਲੇ। ਅਸੀਂ ਵਿਹਲੇ ਬੈਠ ਕੇ ਚਲੇ ਜਾਂਦੇ ਆ, ਕੋਈ 300 ਦਾ ਗੇੜਾ ਲਾ ਲੈਂਦਾ, ਕੋਈ 200 ਦਾ ਲਾ ਲੈਂਦਾ ਆ। ਇਸ ਵੇਲੇ ਅਸੀਂ ਬਹੁਤ ਹੀ ਜਾਣੀ ਕਿ ਘਾਟੇ 'ਚ ਬੈਠੇ ਆ। ਔਰ ਜੇ ਸਾਡੀ ਸਰਕਾਰ ਸਾਡੇ ਲਈ ਕੁਝ ਕਰ ਸਕਦੀ ਆ ਤੇ ਜਾਂ ਸਾਨੂੰ ਮਹੀਨਾ ਸਾਨੂੰ ਪੈਨਸ਼ਨ ਲਾਈ ਜਾਵੇ 2500 ਰੁਪਈਆ, ਜਾਂ ਸਾਡੀ ਜਿਹੜੇ ਸਾਡੇ ਡਰਾਈਵਰ ਨੌਜਵਾਨ ਇਹ ਮੌਤ ਹੋ ਜਾਂਦੀ ਹੈ ਗੱਡੀਆਂ ਦੇ ਵਿੱਚ ਕਿੱਦਾਂ ਦੀ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ 5 ਲੱਖ ਰੁਪਏ ਦਾ ਘੱਟ। ਸਾਡੀ ਸਰਕਾਰ ਸਾਡੇ ਬਾਰੇ ਕੋਈ ਨਹੀਂ ਸੋਚਦੀ ਅੱਜ ਤੱਕ, ਨਾ ਡਰਾਈਵਰਾਂ ਨੂੰ ਸਾਡਿਆਂ ਨੂੰ ਕੋਈ ਸਹੂਲਤ ਮਿਲੀ ਅੱਜ ਤੱਕ ਸਰਕਾਰ ਵੱਲ।
ਇਸ ਤਰ੍ਹਾਂ ਦੀ ਕੋਈ ਸਹੂਲਤ ਪਿਛਲੀ ਦਿਨੀ ਤੁਸੀਂ ਐਮਐਲਏ ਸਾਹਿਬ ਬਲਾਚੌਰ ਦਾ ਘਰਾਓ ਵੀ ਕੀਤਾ ਸੀਗਾ, ਤੁਸੀਂ ਇਕੱਠੇ ਹੋਏ ਸੀ ਆਪਣਾ ਰੋਲ ਦੱਸਣ ਦੇ ਹਾਂਜੀ ਲਈ। ਹਾਂਜੀ ਸਰ, ਕੀ ਆਸ਼ਵਾਸਨ ਦਿੱਤਾ ਸੀ ਉਹਨਾਂ ਨੇ? ਉਹਨਾਂ ਨੇ ਕਿਹਾ ਸੀ ਸਾਡੀ ਉੱਪਰ ਤੱਕ ਅਸੀਂ ਗੱਲ ਪਹੁੰਚਾਵਾਂਗੇ, ਤੁਹਾਡਾ ਜੋ ਵੀ ਤੁਹਾਡਾ ਮੁੱਖ ਮੰਤਰੀ ਨਾਲ ਗੱਲ ਕਰਕੇ ਅਸੀਂ ਤੁਹਾਡਾ ਸਮਾਂ ਕਰਾਂਗੇ। ਕਿੰਨਾ ਕੁ ਸਮਾਂ ਹੋ ਗਿਆ ਜੀ ਇਹ ਗੱਲ ਨੂੰ? ਇਹ ਹੋਏ ਗਿਆ ਜੀ ਸਾਨੂੰ ਦੋ ਕੁ ਮਹੀਨੇ ਤਾਂ ਹੋ ਗਏ ਜੀ। ਕੋਈ ਤੁਹਾਨੂੰ ਕੋਈ ਮੈਸੇਜ ਵਗੈਰਾ ਕੋਈ ਕੁਛ? ਮੈਸੇਜ ਸਾਨੂੰ ਕੋਈ ਨਹੀਂ ਆਇਆ। ਥਾਣੇਦਾਰ ਸਾਹਿਬ ਇੰਸਪੈਕਟਰ ਨਵੇਂ ਆਏ ਆ, ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ। ਅਸੀਂ ਕਹਿੰਦੇ ਤੁਹਾਡੇ ਵੱਧ ਤੋਂ ਵੱਧ ਅਸੀਂ ਤੁਹਾਡੇ ਲੋਕਾਂ ਤੱਕ ਗੱਲ ਪਹੁੰਚਾਵਾਂਗੇ। ਮੈਂ ਉਹਨਾਂ ਨਾਲ ਇਹ ਵੀ ਗੱਲ ਕੀਤੀ ਜੀ, ਜਿਹੜਾ ਤੁਹਾਡਾ ਇੱਥੇ ਦਾ ਇੰਚਾਰਜ ਆ ਉਹ ਨਹੀਂ ਸਖਤੀ ਕਰ ਰਿਹਾ ਲੋਕਾਂ ਉੱਤੇ, ਮੈਂ ਕਿਹਾ ਉਹਨੂੰ ਬਦਲੀ ਕੀਤਾ ਜਾਵੇ, ਨਹੀਂ ਤਾਂ ਹੋਰ ਚੰਗਾ ਸਰਕਸ਼ ਕਰਨ ਦੀ ਸਾਡੀ ਸੰਭਾਵਨਾ ਜਾਂਦੀ ਹੈ। ਸਾਡੇ ਨੌਜਵਾਨ ਜਿਹੜੇ ਗੱਡੀਆਂ ਦੇ ਵਿੱਚ ਕੈਂਟਰਾਂ ਚਲਾਉਂਦੇ ਸੀਗੇ, 2-3 ਸਾਡੇ ਬਲਾਚੌਰ ਦੇ ਮੁੰਡੇ ਜਵਾਨ ਮਰੇ ਆ, ਉਹਨਾਂ ਨੂੰ ਸਰਕਾਰ ਵੱਲ ਤੇ ਕੋਈ ਸਹੂਲਤ ਨਹੀਂ ਮਿਲੀ। ਉਹਨਾਂ ਦੀਆਂ ਲੜਕੀਆਂ ਬੱਚੇ ਜਵਾਨ ਹੈ, ਤਕੜੇ 10ਵੀਂ 8ਵੀਂ ਚ ਪੜ੍ਹਦੇ ਆ, ਕੋਈ 6ਵੀਂ ਚ ਪੜ੍ਹਦਾ, ਉਹ ਸਰਕਾਰ ਵੱਲ ਤੇ ਕੋਈ ਸਹੂਲਤ ਨਹੀਂ ਹੈਗੀ ਉਹਨਾਂ ਨੂੰ। ਸਾਡਾ ਜਵਾਨ ਕਿੱਧਰ ਵੀ ਮਰ ਜਾਵੇ, ਇਹ ਸਰਕਾਰ ਵੱਲ ਤੇ ਸਾਨੂੰ ਚਾਹੀਦਾ ਆ 5-4 ਲੱਖ ਰੁਪਏ ਮੁਆਵਜ਼ਾ ਚਾਹੀਦਾ। ਜੇ ਬੰਦਾ ਨਿਤ ਹੋ ਜਾਂਦੀ ਆ ਕਿਸੇ ਜਵਾਨ ਨੂੰ ਡਰਾਈਵਰ ਦੀ ਇੰਸ਼ੋਰੈਂਸ ਕਹਿ ਰਹੇ ਇੰਸ਼ੋਰੈਂਸ ਕਹਿ ਲਓ, ਉਹਨਾਂ ਨੂੰ ਮਦਦ ਜ਼ਰੂਰ ਚਾਹੀਦੀ ਆ ਸਰਕਾਰ ਵੱਲ ਤੇ। ਸਾਨੂੰ ਸਰਕਾਰ ਵੱਲ ਤੇ ਮਦਦ ਕੋਈ ਨਹੀਂ ਹੈਗੀ। ਕੋਈ ਇਸ ਰੋਸ ਵਜੋਂ ਤੁਸੀਂ ਕੋਈ ਪ੍ਰੋਗਰਾਮ ਦੱਸ ਰਹੇ ਸੀ ਕਿ ਲੀਕ ਰਹੇ ਹੋ, ਕੀ ਲੀਕ ਰਹੇ ਹੋ ਜੀ? ਅਸੀਂ ਜਦ ਦੇਖਾਂਗੇ ਹੁਣ ਨਵਾਂ ਸ਼ਹਿਰ ਇਹਨੂੰ ਨਾਲ ਰਲਾਵਾਂਗੇ ਜੀ, ਗੜਸ਼ੰਕਰ ਰਾਹੋਂ ਇਹ ਪਿੰਡ ਸ਼ਹਿਰ ਦੇ ਇਲਾਕਿਆਂ ਨੂੰ ਰਲਾ ਕੇ ਨਾਲ ਅਸੀਂ ਸੰਘਰਸ਼ ਕਰਾਂਗੇ। ਅੱਗੇ ਤੋਂ ਜੱਗੇ ਗੁੜਾ ਸੰਘਰਸ਼ ਕਰਾਂਗੇ। ਕੱਲ ਅੱਜ ਨੂੰ ਤੁਸੀਂ ਜਗਾੜੂ ਕਹਿੰਦੇ ਹੋ, ਪਿੱਛੋਂ ਰੇੜਾ ਲਾ ਲੈਂਦੇ ਆ, ਤੇ ਇਹ ਲੀਗਲੀ ਤੌਰ ਤੇ ਕਰ ਸਕਦੇ ਕੰਮ ਇਹ? ਭਾਈ ਇਹ ਲੀਗਲੀ ਤੌਰ ਤੇ ਨਹੀਂ ਕਰ ਸਕਦੇ। ਇਹ ਸਾਰਾ ਗੈਰ ਕਾਨੂੰਨੀ ਹੈ। ਇਹ ਗੈਰ ਕਾਨੂੰਨੀ ਸਾਰੇ ਕੰਮ ਕਰ ਰਹੇ ਆ। ਇਹ ਸਾਡੇ ਯੂਨੀਅਨ ਦੇ ਵਿੱਚ ਮੈਂ ਪ੍ਰਧਾਨ ਨਿਰਮਲ ਸਿੰਘ ਬਲਾਚੌਰ ਗੁਰੂ ਨਾਨਕ ਟਾਟਾ ਇੱਥੋਂ 60-70 ਗੱਡੀਆਂ ਸਾਡੀਆਂ ਬਿਲਕੁਲ ਗੱਡੀਆਂ ਬੇਲੀਆਂ ਖੜੀਆਂ ਆ। ਕਿਸੇ ਨੇ ਇੱਕ ਗੇੜਾ ਲਾ ਲਿਆ, 4-5 ਬੰਦੇ ਨੂੰ ਗੇੜਾ ਨਹੀਂ ਉਹਦਾ ਲੱਗਦਾ। ਘਰ ਦੇ ਖਰਚੇ ਚਲਾਣੇ ਔਖੇ ਹੋਏ ਪਏ ਆ। ਕਈ ਗੱਡੀਆਂ ਦੇ ਟੈਕਸ ਟੁੱਟ ਗਏ ਆ। ਮੇਰੀ ਗੱਡੀ ਦੇ ਖੁਦ ਟੈਕਸ ਅੱਜ ਖਤਮ ਹੋ ਗਿਆ, ਮੇਰੇ ਕੋਲ ਪੈਸੇ ਹੈ ਨਹੀਂ ਜਮ੍ਹਾਂ ਕਰਾਉਣ ਵਾਸਤੇ। ਇਹ ਸਰਕਾਰ ਸਾਨੂੰ ਜਦੋਂ ਕੰਮ ਨਹੀਂ ਆਉਂਦਾ, ਸਰਕਾਰ ਨੂੰ ਟੈਕਸ ਕਿੱਥੋਂ ਦੇਵਾਂਗੇ, ਕਿੱਥੋਂ ਇੰਸ਼ੋਰੈਂਸ ਕਰਾਵਾਂਗੇ? ਇਹ ਸਾਡੇ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ। ਐਮਐਲਏ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਸੀਗੇ ਅੱਜ ਤੋਂ ਮਹੀਨਾ ਪਹਿਲਾਂ, ਸਾਰੇ ਯੂਨੀਅਨ ਦੇ ਨਾਲ ਗਏ ਸੀਗੇ, ਤੇ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਮੁੱਖ ਮੰਤਰੀ ਸਾਹਿਬ ਨਾਲ ਆਪਾਂ ਗੱਲ ਕਰਾਂਗੇ, ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ, ਟ੍ਰੈਫਿਕ ਵਾਲਿਆਂ ਨਾਲ ਵੀ ਗੱਲ ਕਰਾਂਗੇ ਵੀ ਇਹਨਾਂ ਨੂੰ ਜ਼ਰੂਰ ਰੋਕਿਆ ਜਾਵੇ, ਇਹਨਾਂ ਤੇ ਨੱਥ ਪਾਈ ਜਾਵੇ। ਉਹਦੇ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਡੀਐਸਪੀ ਸਾਹਿਬ ਨੂੰ ਵੀ ਅਸੀਂ ਇਹ ਮੰਗ ਪੱਤਰ ਦਿੱਤਾ, ਉਹਨਾਂ ਨੇ ਵੀ ਸਾਡੇ ਨਾਲ ਕੋਈ ਸਮਝੌਤਾ ਨਹੀਂ ਕੀਤਾ, ਨਾਲ ਕੋਈ ਗੱਲਬਾਤ ਨਹੀਂ ਕੀਤੀ। ਇੱਕ ਜਗਾੜੂ ਰੇੜੇ ਤੋਂ ਤੰਗ ਹੈਗੇ, ਆਟੋ ਰਿਕਸ਼ੇ ਵਾਲੇ ਸਾਰਿਆਂ ਨਾਲ ਵੱਧ ਸਮਾਨ ਚੁੱਕ ਰਹੇ ਆ, ਹਰੇਕ ਦੁਕਾਨ ਤੋਂ ਸਮਾਨ ਉਹ ਚੁੱਕ ਰਹੇ ਆ। ਇੱਕ ਕਿਹਾ ਜਾਂਦਾ ਹੈ ਕਿ ਤੁਸੀਂ ਚਲੋ ਜਗਾੜੂ ਰੇੜੀਆਂ ਤੋਂ ਤੰਗ, ਇੱਕ ਆਟੋ ਵਾਲੇ ਤੋਂ ਕਹਿ ਰਹੇ ਹੋ, ਕੋਈ ਹੋਰ ਕਾਰਨ ਵੀ ਲੱਗਦਾ ਕਿ ਜਦੋਂ ਬਿਲਕੁਲ ਮੰਦਾ ਪੈ ਗਿਆ? ਹੋਰ ਕਾਰਨ ਤਾਂ ਚਲੋ ਕੰਮ ਤਾਂ ਘੱਟ ਵੱਧ ਹੁੰਦਾ ਰਹਿੰਦਾ ਹੈ, ਉਹ ਤਾਂ ਕੋਈ ਗੱਲ ਨਹੀਂ ਹੈ। ਜਿਹੜੇ ਕਿ ਇਹ ਦੁਨੀਆ ਐਕਸਟਰਾ ਜਗਾੜੂ ਰੇੜਾ ਜਾਂ ਕੋਈ 3 ਵੀਲਰ ਹੈ, ਇਹ ਸਮਾਨ ਢੋਈ ਜਾਂਦੇ ਸਵਾਰੀ ਵਾਲੇ, ਤੇ ਅਸੀਂ ਤਾਂ ਵਿਹਲੇ ਰਹਿਣਾ ਹੈ। ਜੇ ਆਪਾਂ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਫੜੋ ਜਾਂ ਚੈੱਕ ਕਰੋ, ਉਹ ਕਹਿੰਦੇ ਸਾਡੇ ਪਾਸ ਦਾ ਕੰਮ ਨਹੀਂ ਹੈ। ਇਹ ਤਾਂ ਸਰਕਾਰ ਨੇ ਕਿਹਾ ਵੀ ਚਲਾਓ। ਇਹ ਐਕਸੀਡੈਂਟ ਵੀ ਕਰ ਸਕਦੇ ਆ, ਮਤਲਬ ਜਿੱਦਾਂ ਓਵਰਲੋਡ ਚੱਲਦੇ ਆ ਜਿਵੇਂ ਇੰਨਾ ਲੰਬਾ ਸਰੀਆ ਸਾਨੂੰ ਗੱਡੀ ਤੇ ਪਾਣ ਨਹੀਂ ਦਿੰਦੇ ਆ, ਤੇ ਇਹ ਪਾਉਂਦੇ ਆ। ਇਹਨਾਂ ਨੂੰ ਪੁਲਿਸ ਵਾਲੇ ਨਹੀਂ ਰੋਕਦੇ, ਕਹਿੰਦੇ ਅਸੀਂ ਰੋਕ ਨਹੀਂ ਸਕਦੇ। ਤਾਂ ਸਰਕਾਰ ਨੇ ਕਹਿਤਾ ਇਹਨਾਂ ਨੂੰ ਵੀ ਚਲਾਓ, ਤੇ ਸਰਕਾਰ ਨੇ ਕਹਿੰਦਾ ਨਾ ਪੁਲਿਸ ਰੋਕ ਸਕਦੇ ਨਾ ਅਸੀਂ ਰੋਕ ਸਕਦੇ। ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਜਿੱਦਾਂ ਦੇਖਣ ਚ ਆ ਰਿਹਾ ਜੀ ਤੁਹਾਡੇ ਨਾਲ ਜੰਗ ਮੁੰਡੇ ਵੀ ਹੈਗੇ ਆ, ਜਿੱਦਾਂ ਤੁਸੀਂ ਕਹਿੰਦੇ ਸਾਡੀਆਂ ਕਿਸ਼ਤਾਂ ਵੀ ਨਹੀਂ ਪੂਰੀਆਂ ਹੁੰਦੀਆਂ ਹਨਾ, ਤੇ ਚਲੋ ਤੁਸੀਂ ਜੰਗ ਤੋਂ ਉੱਪਰ ਚੱਲ ਗਏ ਹੋ, ਘਰ-ਬਾਰ ਵਾਲੇ ਹੋ ਗਏ ਹੋ, ਬੱਚੇ ਵੀ ਆ, ਤੁਸੀਂ ਚਲੋ ਸਮਝ ਸਕਦੇ ਇਸ ਗੱਲ ਨੂੰ। ਕੱਲ ਨੂੰ ਜੇ ਔਖਾ ਸੌਖਾ ਸਮਾਂ ਆਉਂਦਾ ਕਿ ਚਲੋ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਤੁਸੀਂ ਸਹਿਣ ਸ਼ਕਤੀ ਰੱਖ ਸਕਦੇ ਹੋ। ਜੇ ਮੁੰਡਿਆਂ ਦਾ ਜੇ ਕੱਲ ਨੂੰ ਸਮਝ ਲਓ ਕਿ ਨਹੀਂ ਕਿਸ਼ਤਾਂ ਪੂਰੀਆਂ ਹੁੰਦੀਆਂ, ਕੰਮ ਨਹੀਂ ਚੱਲਦੇ, ਜੇ ਕੱਲ ਨੂੰ ਪੁੱਠੇ ਪਾਸੇ ਜਾਂਦੇ ਆ ਤਾਂ ਕੌਣ ਜ਼ਿੰਮੇਵਾਰ ਇਹਦਾ? ਜ਼ਿੰਮੇਵਾਰ ਸਰਕਾਰ ਹੈ ਜੀ। ਚੋਰੀ ਕਰੂਗੇ, ਹੇਰਾ ਫੇਰੀ ਕਰੂਗੇ, ਕੋਈ ਗਲਤ ਕੰਮ ਕਰੂਗੇ, ਇਹੀ ਕਰਨੇ ਫਿਰ। ਜਾਂ ਕਮਾ ਸਿੱਧੀ ਤਰ੍ਹਾਂ ਦਾ ਕਮਾਨ ਦਿੰਦੇ ਨਹੀਂ, ਨਾ ਕਮਾ ਹੁੰਦੀ ਹੈ ਕਮਾਈ, ਤੇ ਗਲਤ ਕੰਮਾਂ 'ਚ ਪੈਣਾ ਲੋਕਾਂ ਨੇ।